18 ਤਰੀਕ ਨੂੰ ਕਿਸਾਨਾਂ ਦੀ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੈ, ਜਿਹੜੇ ਕਿ ਪੰਜਾਬ ਦੀਆਂ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਕਿਸਾਨਾਂ ਦੀ ਜਿਹੜੀ ਉਹਨਾਂ ਨੇ ਕਈ ਅਹਿਮ ਫੈਸਲੇ ਲੈਣੇ ਹਨ। ਦਿੱਲੀ ਦੇ ਵਿੱਚ ਜਿਹੜੇ ਨੁਮਾਇੰਦੇ ਗਏ ਸਨ ਕਿਸਾਨਾਂ ਨੇ, ਉਹਨਾਂ ਨੇ ਜੋ ਗੱਲਬਾਤ ਕੀਤੀ ਉਹਨਾਂ ਤੇ ਚਰਚਾ ਹੋਣੀ ਹੈ ਔਰ ਉਹਨਾਂ ਦੇ ਚਰਚਾ ਕਰਕੇ ਜਿਹੜਾ ਅਗਲਾ ਫੈਸਲਾ ਜਿਹੜਾ ਹੈ ਕਿਸਾਨਾਂ ਨੇ ਬੀਜੇਪੀ ਨੂੰ ਸੁਣਾਉਣਾ ਹੈ ਕਿ ਆਹ ਫੈਸਲਾ ਉਹਨਾਂ ਨੇ ਕੀਤਾ ਔਰ ਉਸ ਤੋਂ ਪਹਿਲਾਂ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਪੀ ਨੱਡਾ 19 ਥਾਵਾਂ ਤੇ ਆਪਣੇ ਜਿਹੜੇ ਜਿੰਨੇ ਵੀ ਇੱਥੇ ਆਫਿਸ ਖੁੱਲ੍ਹਣੇ ਹਨ ਪੰਜਾਬ ਦੇ ਵਿੱਚ ਉਹਨਾਂ ਦਾ ਉਦਘਾਟਨ ਕਰਨਗੇ। ਉਸ ਤੋਂ ਬਾਅਦ ਪੰਜਾਬ ਦੀ ਫੇਰੀ ਵੀ ਹੈ। ਬੀਜੇਪੀ ਨੇ ਸਿਰਫ ਆਪਣੇ ਜਿਹੜੇ ਆਗੂ ਹਨ ਪੰਜਾਬ ਦੇ ਉਹਨਾਂ ਨੂੰ ਅੱਗੇ ਕੀਤਾ। ਜੈਨੀ ਜਿਹੜੇ ਜਦੋਂ ਗਏ ਉੱਥੇ ਦਿੱਲੀ ਦੇ ਵਿੱਚ ਗਏ, ਉਹਨਾਂ ਨੇ ਆਪਣੇ ਆਗੂਆਂ ਨੂੰ ਅੱਗੇ ਕਰਕੇ ਉਹਨਾਂ ਦੇ ਹੱਥ ਲੱਡੂ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਪੀ ਨੱਡਾ ਵੀ ਇੱਥੇ ਆ ਰਹੇ ਹਨ। ਇਹ ਚੀਜ਼ਾਂ ਸਾਰੀਆਂ ਬੀਜੇਪੀ ਤੋਂ ਜਿਹੜੀ ਕੱਪੜ ਛਾਣ ਹੋ ਕੇ ਬੀਜੇਪੀ ਦੇ ਖੇਮੇ ਦੇ ਵਿੱਚ ਹੀ ਫੇਰ ਆਉਣੀਆਂ ਹਨ ਕਿ ਬੀਜੇਪੀ ਜਿਹੜੀ ਹੈ ਉਸਨੇ ਕਾਂਗਰਸ ਨੂੰ ਕੋਈ ਮਿਲਣ ਦਾ ਸਮਾਂ ਨਹੀਂ ਦਿੱਤਾ। ਅਕਾਲੀ ਦਲ ਪਹਿਲਾਂ ਹੀ ਪਿੱਛੇ ਹਟ ਚੁੱਕੀ ਹੈ। ਅਕਾਲੀ ਦਲ ਕਿਸਾਨਾਂ ਦੀ ਹਿਤੈਸ਼ੀ ਬਣ ਕੇ ਨਾ ਅੱਗੇ ਜਾ ਸਕਦੀ ਹੈ, ਕਿਉਂਕਿ ਜੇ ਕਿਸਾਨਾਂ ਦੀ ਹਿਤੈਸ਼ੀ ਬਣ ਕੇ ਅੱਗੇ ਜਾਂਦੀ ਵੀ ਹੈ ਤੇ ਅੱਗੋਂ ਬੜਾ ਖਰਾ ਜਵਾਬ ਨਹੀਂ ਦਿੰਦਾ ਹੈ। ਤੁਸੀਂ ਤਾਂ ਪਹਿਲਾਂ ਕਹਿੰਦੇ ਰਹੇ ਹੋ ਜੀ ਤੁਹਾਡਾ ਇੱਕ ਬਹੁਤ ਵਧੀਆ ਸੀ, ਕਿਸਾਨਾਂ ਨੂੰ ਸਮਝਾਵਾਂਗੇ, ਤੁਸੀਂ ਲੈ ਕੇ ਆਓ ਕਿ ਕੋਈ ਨਾ ਕੋਈ ਫੈਸਲਾ ਛੇਤੀ ਹੀ ਬੀਜੇਪੀ ਹਾਈ ਕਮਾਂਡ ਵੱਲੋਂ ਆਉਣ ਵਾਲਾ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇ ਉੱਤੇ ਮਾਰਨਿੰਗ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਐਂਡ ਗੁੱਡ ਮਾਰਨਿੰਗ ਉਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਸਵੇਰ ਚੜ੍ਹ ਚੁੱਕੀ ਹੈ। ਇੱਕ ਸੋਹਣੀ ਜੀ ਸਵੇਰ ਦੇ ਨਾਲ ਤੁਹਾਡੇ ਮੁਖਾਤਿਬ ਹੋਣਾ ਬਹੁਤ ਹੀ ਵਧੀਆ ਲੱਗਦਾ ਹੈ। ਉਮੀਦ ਕਰਦੇ ਹਾਂ ਕਿ ਦੀਵਾਲੀ ਜਿਹੜੀ ਹੈ ਤੁਹਾਡੀ ਸਾਰਿਆਂ ਦੀ ਬਹੁਤ ਸੋਹਣੀ ਨਿਕਲੀ ਹੋਵੇਗੀ। ਖਾਸ ਕਰਕੇ ਜਿਹੜੀ ਹੈ ਬਹੁਤ ਸੇਫਟੀ ਨਾਲ ਤੁਸੀਂ ਸਾਰਿਆਂ ਨੇ ਦੀਵਾਲੀ ਮਨਾਈ ਹੋਏਗੀ। ਇਹ ਪੁੱਛਣਾ ਤਾਂ ਬਣਦਾ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਵਿਡ ਦੇ ਦੌਰ ਦੇ ਵਿੱਚ ਅਸੀਂ ਚੱਲ ਰਹੇ ਹਾਂ। ਥੋੜ੍ਹੀ ਪਰੇਸ਼ਾਨੀ ਸਾਡੇ ਆਸੇ-ਪਾਸੇ ਕਾਫੀ ਜ਼ਿਆਦਾ ਮੰਡਰਾ ਰਹੀ ਹੈ ਕਰੋਨਾ ਵਾਇਰਸ ਕਰਕੇ। ਸੋ ਇਸ ਲਈ ਹਦਾਇਤਾਂ ਪਹਿਲਾਂ ਤੋਂ ਜਾਰੀ ਸੀ। ਉਮੀਦ ਕਰਦੇ ਹਾਂ ਕਿ ਤੁਸੀਂ ਹਦਾਇਤਾਂ ਦਾ ਪੂਰਾ ਖਿਆਲ ਰੱਖਿਆ ਹੋਏਗਾ ਤੇ ਸੁਰੱਖਿਅਤ ਤੇ ਪੂਰੇ ਸਿਹਤਮੰਦ ਤਰੀਕੇ ਦੇ ਨਾਲ ਜਿਹੜੀ ਹੈ ਤੁਸੀਂ ਦੀਵਾਲੀ ਮਨਾਈ ਹੋਏਗੀ। ਸੋ ਹੁਣ ਅੱਜ ਅਸੀਂ ਮੁਖਾਤਿਬ ਹੋਏ ਹਾਂ ਤਾਂ ਕੁਝ ਖਬਰਾਂ ਦੇ ਉੱਤੇ ਅਸੀਂ ਅਪਡੇਟ ਜ਼ਰੂਰ ਤੁਹਾਨੂੰ ਦੇਵਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਦਾ ਰੁਖ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਕੀ ਡਿਵੈਲਪਮੈਂਟ ਹੋ ਰਹੀ ਹੈ, ਇਸ ਵੇਲੇ ਕੀ ਅਪਡੇਟ ਚੱਲ ਰਿਹਾ ਹੈ, ਦੀਵਾਲੀ ਕਿਵੇਂ ਦੀ ਰਹੀ, ਖਾਸ ਕਰਕੇ ਕਿਸਾਨਾਂ ਦੀ ਦੀਵਾਲੀ ਕਿਵੇਂ ਦੀ ਰਹੀ, ਬੀਜੇਪੀ ਨਵਾਂ ਆਪਣਾ ਕਿਹੜਾ ਜਿਹੜਾ ਵੋਟ ਕਾਰਡ ਖੇਡਣ ਜਾ ਰਹੀ ਹੈ, ਉਸ ਸਾਰੇ ਟੌਪਿਕ ਦੇ ਉੱਤੇ ਅਸੀਂ ਗੱਲ ਕਰਾਂਗੇ। ਸੈਕਿੰਡ ਸੈਗਮੈਂਟ ਦੇ ਵਿੱਚ ਸਾਡੇ ਨਾਲ ਰੇਵਨ ਥਿਆਰਾ ਜੁੜਨਗੇ। ਫੈਸ਼ਨ ਦੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਹੈ, ਕੀ ਕੁਝ ਨਵੇਂ ਟ੍ਰੈਂਡਸ ਆ ਰਹੇ ਨੇ, ਖਾਸ ਕਰਕੇ ਕੋਵਿਡ ਦੇ ਕਰਕੇ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਕਾਰੋਬਾਰੀਆਂ ਨੂੰ, ਉਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਸੋ ਫਿਲਹਾਲ ਸਿੱਧਾ ਪੰਜਾਬ ਦਾ ਰੁਖ ਕਰ ਲੈਂਦੇ ਹਾਂ। ਰਾਜੇਸ਼ ਗਿੱਲ ਜੀ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜੇ ਹੋਏ ਨੇ ਅਪਡੇਟ ਦੇਣ ਦੇ ਲਈ। ਰਾਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਪੰਜਾਬੀ ਤੇ। ਧੰਨਵਾਦ ਜੀ। ਸੱਜਰੀ ਸਵੇਰ ਦਾ ਮੈਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹਾਂਗਾ ਪਹਿਲਾਂ ਤੋਂ। ਤੇ ਦੀਵਾਲੀ ਜਿਹੜੀ ਹੈ ਤੁਸੀਂ ਸ਼ੁਰੂਆਤ ਹੀ ਦੀਵਾਲੀ ਦੀ ਗੱਲ ਤੋਂ ਕੀਤੀ ਹੈ। ਸਭ ਤੋਂ ਪਹਿਲਾਂ ਵਾਕਈ ਰਾਜੇਸ਼ ਜੀ ਅਸੀਂ ਇਹੀ ਜਾਣਨਾ ਚਾਹਾਂਗੇ ਕਿ ਸਾਨੂੰ ਦੱਸੋ ਵੀ ਪੰਜਾਬ ਦੀ ਜਿਹੜੀ ਦੀਵਾਲੀ ਸੀ ਭਾਰਤ ਦੇ ਵਿੱਚ ਉਹ ਕਿਵੇਂ ਦੀ ਰਹੀ। ਬਿਲਕੁਲ ਜੀ, ਪੰਜਾਬ ਦੀ ਦੀਵਾਲੀ ਦਾ ਸਭ ਤੋਂ ਪਹਿਲਾਂ ਪੁੱਛਣਾ ਲਾਜ਼ਮੀ ਵੀ ਬਣਦਾ ਹੈ ਕਿਉਂਕਿ ਸਾਰਿਆਂ ਦੀ ਨਿਗਾਹਾਂ ਲੱਗੀਆਂ ਹੋਈਆਂ ਸਨ, ਕਿਉਂਕਿ ਬੜਾ ਇਸ ਗੱਲ ਨੂੰ ਲੈ ਕੇ ਬੜੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਪੰਜਾਬ ਦੇ ਵਿੱਚ ਕਾਲੀ ਦੀਵਾਲੀ ਮਨਾਉਣ ਦੀ ਜਿਹੜੀ ਗੱਲ ਵਾਰ-ਵਾਰ ਕੀਤੀ ਜਾ ਰਹੀ ਸੀ, ਉਸ ਤੇ ਕਈ ਵਿਵਾਦ ਵੀ ਖੜੇ ਹੋ ਰਹੇ ਸਨ। ਜਦੋਂ ਕਾਲੀ ਦੀਵਾਲੀ ਦੀ ਗੱਲ ਕਰਦੇ ਸਨ ਤਾਂ ਇੱਕ ਧਾਰਮਿਕ ਫਿਰਕਾ ਉਸਨੂੰ ਕਿਸੇ ਹੋਰ ਨਜ਼ਰੀਏ ਨਾਲ ਹੀ ਦੇਖਣਾ ਸ਼ੁਰੂ ਕਰ ਦਿੰਦਾ ਸੀ। ਖੈਰ, ਲੋਕਾਂ ਦੀ ਜਿਹੜੀ ਖਾਸ ਤੌਰ ਤੇ ਜਿਹੜੀ ਆਰਥਿਕ ਪਹਿਲੂ ਹੈ ਉਹ ਬੜਾ ਅਹਿਮੀਅਤ ਰੱਖਦਾ ਹੈ ਕਿ ਦੀਵਾਲੀ ਦਾ ਤਿਉਹਾਰ ਵੱਡਾ ਤਿਉਹਾਰ ਹੁੰਦਾ ਹੈ, ਉਸਨੂੰ ਜੇ ਮਨਾਉਣਾ ਹੈ ਤਾਂ ਆਰਥਿਕ ਪੱਖੋਂ ਤੁਸੀਂ ਇੰਨੇ ਕੁ ਮਜ਼ਬੂਤ ਹੋ ਕੇ ਨਹੀਂ ਕਿ ਤੁਸੀਂ ਤਿਉਹਾਰ ਨੂੰ ਆਪਣੇ ਮਨ ਭਾਉਂਦੇ ਤਰੀਕੇ ਨਾਲ ਮਨਾ ਸਕੋ। ਇਹਦੇ ਵਿੱਚ ਸਭ ਤੋਂ ਪਹਿਲਾਂ ਕਿਉਂਕਿ ਪੰਜਾਬ ਦੇ ਵਿੱਚ ਇਸ ਦੇ ਨਾਲ ਕੋਵਿਡ ਦਾ ਕਹਿਰ ਜਿਹੜਾ ਨਾਲ ਦੀ ਨਾਲ ਚੱਲਦਾ ਜਾ ਰਿਹਾ ਸੀਗਾ, ਉਸ ਬਾਰੇ ਹਦਾਇਤਾਂ ਦਿੱਤੀਆਂ ਗਈਆਂ। ਇੱਕ ਟਾਈਮ ਨਿਸ਼ਚਿਤ ਕੀਤਾ ਗਿਆ, ਫਿਕਸ ਟਾਈਮ ਕੀਤਾ ਗਿਆ ਪੰਜਾਬ ਦੇ ਵਿੱਚ ਖਾਸ ਤੌਰ ਤੇ, ਕਿਉਂਕਿ ਪਟਾਕੇ ਬੈਨ ਨਹੀਂ ਕੀਤੇ ਗਏ। ਸਿਰਫ ਇੰਨਾ ਕਹਿ ਦਿੱਤਾ ਗਿਆ ਸੀਗਾ ਕਿ ਜਿਹੜੇ ਗ੍ਰੀਨ ਪਟਾਕੇ ਹਨ ਉਹ ਚਲਾਏ ਜਾ ਸਕਦੇ ਹਨ ਤੇ ਇੱਕ ਟਾਈਮ ਫਿਕਸ ਕਰ ਦਿੱਤਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ। ਖੈਰ, ਬਹੁਤ ਸਾਰੇ ਲੋਕਾਂ ਨੇ ਇਸ ਆਰਡਰ ਨੂੰ ਫੋਲੋ ਵੀ ਕੀਤਾ ਔਰ ਉਸੇ ਮੁਤਾਬਕ ਹੀ ਪਟਾਕੇ ਚਲਾਏ ਔਰ ਗ੍ਰੀਨ ਪਟਾਕੇ ਵੀ ਚਲਾਏ। ਉਸਦਾ ਨਤੀਜਾ ਬੜਾ ਵਧੀਆ ਸਾਹਮਣੇ ਆਇਆ। ਨਤੀਜਾ ਇਹ ਹੈ ਕਿ ਜਿਹੜਾ 에ਅਰ ਕੁਆਲਿਟੀ ਇੰਡੈਕਸ ਜਿਹੜਾ 200 ਤੋਂ ਉੱਪਰ ਸੀ, ਹਾਲਾਂਕਿ ਕੁਦਰਤ ਨੇ ਇਹਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ, ਉਹ 200 ਤੋਂ ਉੱਪਰ ਸੀ, ਜਿਹੜਾ ਹੁਣ 72 ਤੋਂ ਲੈ ਕੇ 75 76 ਇਹਦੇ ਵਿੱਚ ਆ ਕੇ ਜਿਹੜਾ ਠਹਿਰ ਗਿਆ, ਕਿਉਂਕਿ ਦੀਵਾਲੀ ਤੋਂ ਬਾਅਦ ਜਿਹੜੇ ਮੌਸਮ ਹੋਇਆ ਸੀ ਉਸ ਤਰ੍ਹਾਂ ਦਾ ਜਿਹੜਾ ਸਾਨੂੰ ਸਮੌਗ ਨਜ਼ਰ ਆ ਰਿਹਾ ਸੀਗਾ, ਉਹ ਮੀਂਹ ਪੈਣ ਨਾਲ ਉਹ ਵੀ ਜਿਹੜਾ ਛੱਡ ਗਿਆ ਤੇ ਇੱਕ ਖੁਸ਼ਗਵਾਰ ਮੌਸਮ ਜਿਹੜਾ ਉਹ ਦੇਖਣ ਨੂੰ ਮਿਲਿਆ। ਤੇ ਦੀਵਾਲੀ ਵੀ ਪਹਿਲੀਆਂ ਕਈ ਦੀਵਾਲੀਆਂ ਨਾਲ ਜਿੱਤੇ ਬੜਾ ਰੌਲਾ ਪੈਂਦਾ ਰਿਹਾ, ਕਦੀ ਕੋਈ ਅਮਲ ਨਹੀਂ ਹੋਇਆ, ਉਹਨਾਂ ਨਾਲੋਂ ਇਸ ਪਹਿਲੂ ਨਾਲ ਚੰਗੀ ਦੀਵਾਲੀ ਨਿਕਲੀ। ਜਿਹੜਾ ਇਸ ਵਾਰ ਗ੍ਰੀਨ ਦੀਵਾਲੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ। ਗ੍ਰੀਨ ਦੀਵਾਲੀ ਬਿਲਕੁਲ ਦੇਖਣ ਨੂੰ ਮਿਲੀ ਔਰ ਖਾਸ ਤੌਰ ਤੇ ਜੋ ਮੈਂ ਖੁਦ ਅਬਜ਼ਰਵ ਕੀਤਾ ਕਿ ਬੱਚਿਆਂ ਦੇ ਵਿੱਚ ਬੜੀ ਜ਼ਬਰਦਸਤ ਜਾਗਰੂਕਤਾ ਦੇਖਣ ਨੂੰ ਮਿਲੀ ਕਿ ਉਹਨਾਂ ਨੇ ਕਿਹਾ ਕਿ ਨਹੀਂ ਜੀ ਅਸੀਂ ਇਸ ਵਾਰੀ ਗ੍ਰੀਨ ਦੀਵਾਲੀ ਮਨਾਉਣੀ ਹੈ।
ਔਰ ਉਸ ਦੇ ਵਿੱਚ ਅਸੀਂ ਜਿਹੜੇ ਵਾਰ-ਵਾਰ ਇਹ ਗੱਲ ਕਰਦੇ ਹਾਂ, ਗ੍ਰੀਨ ਦੀਵਾਲੀ ਮਨਾਓ, ਗ੍ਰੀਨ ਦੀਵਾਲੀ ਮਨਾਓ। ਹੂੰ, ਹਾਲਾਂਕਿ ਗ੍ਰੀਨ ਦੀਵਾਲੀ ਤੇ ਵੀ ਬੜੇ ਸਵਾਲ ਉੱਠਦੇ ਸਨ ਕਿ ਗ੍ਰੀਨ ਜੀ, ਦੀਵਾਲੀ ਕੀ ਹੁੰਦੀ ਹੈ, ਗ੍ਰੀਨ ਬਿल्कुल। ਦੀਵਾਲੀ ਕਿਵੇਂ ਮਨਾਈ ਜਾਂਦੀ ਹੈ। हुँ, ਉਹ ਵੀ हुँ, ਸਵਾਲ ਜਿਹੜੇ ਉਹ ਬਿਲਕੁਲ ਸਾਹਮਣੇ ਆ ਗਏ ਖੁੱਲ ਕੇ ਉਹਨਾਂ ਦੇ ਜਵਾਬ ਕਿ ਗ੍ਰੀਨ ਦੀਵਾਲੀ ਇਸ ਤਰ੍ਹਾਂ ਮਨਾਈ ਜਾਂਦੀ ਹੈ जी। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸਨ ਜਿਸ ਦੇ ਬਾਰੇ ਲੋਕਾਂ ਨੂੰ ਵਾਰ-ਵਾਰ ਜਾਗਰੂਕ ਕੀਤਾ ਗਿਆ, ਗਾਈਡ ਕੀਤਾ ਗਿਆ हुँ, ਪ੍ਰਸ਼ਾਸਨ ਵੱਲੋਂ, ਟੀਵੀ ਚੈਨਲਾਂ ਵੱਲੋਂ, ਸੋਸ਼ਲ ਮੀਡੀਆ ਵੱਲੋਂ, ਤਾਂ ਉਹਦਾ ਅਸਰ ਜ਼ਰੂਰ ਨਜ਼ਰ ਆਇਆ। ਔਰ जी, ਉਮੀਦ ਕਰਦੇ ਹਾਂ ਕਿ ਆਉਣ ਵਾਲੀ ਦੀਵਾਲੀ ਜਿਹੜੀ ਹੋਏਗੀ ਇਸ ਤੋਂ ਵੀ ਜ਼ਿਆਦਾ जी। ਗ੍ਰੀਨ ਦੀਵਾਲੀ ਦੇਖਣ ਨੂੰ ਮਿਲੇਗੀ ਬਿਲਕੁਲ, ਔਰ ਬਿਲकुल ਹਮੇਸ਼ਾ ਰਾਜੇਸ਼ ਇਹ ਜੀ। ਚੱਲਦਾ ਰਹੇਗਾ। ਜੀ, ਬਿਲकुल। ਬਹੁਤ ਵਧੀਆ ਗੱਲ ਹੈ ਰਾਜੇਸ਼ ਜੀ। ਇਸ ਤੋਂ ਇਲਾਵਾ ਜੇ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਕਿਸਾਨ ਬਹੁਤ ਜ਼ਿਆਦਾ ਮਾਯੂਸ ਸੀ। ਉਹਨਾਂ ਬਾਰੇ ਦੱਸੋ ਵੀ ਉਹਨਾਂ ਨੇ ਆਪਣੀ ਦੀਵਾਲੀ ਨੂੰ ਕਿਵੇਂ, ਤੁਹਾਨੂੰ ਲੱਗਿਆ ਕਿ ਕੋਈ ਮਨਾਉਂਦੇ ਨਜ਼ਰ ਆਏ ਜਾਂ ਫਿਰ ਕਾਲੀ ਹੀ ਰਹੀ ਉਹਨਾਂ ਵਾਸਤੇ? ਬਿਲਕੁਲ ਦੇਖੋ, ਜੇ ਕਾਲੀ ਦੀਵਾਲੀ ਦੀ ਗੱਲ ਕਰੀਏ ਤਾਂ ਸਿਰਫ ਇਹੀ ਇੱਕ ਵੱਡਾ ਪਹਿਲੂ ਹੈ ਜਿਸ ਦੇ ਮੱਦੇਨਜ਼ਰ ਇਹ ਕਾਲੀ ਦੀਵਾਲੀ ਕਹੀ ਜਾ ਸਕਦੀ ਹੈ हुँ, हुँ, ਕਿਉਂਕਿ ਕਿਸਾਨ ਜਿਹੜੇ ਹਨ ਉਹ ਬਹੁਤ ਹੀ ਨਮੋਸ਼ੀ ਦੇ ਵਿੱਚ ਹਨ ਇਸ ਗੱਲ ਨੂੰ ਲੈ ਕੇ ਕਿ ਅਜੇ ਤੱਕ ਕੁਝ ਨਿਬੜਿਆ ਨਹੀਂ ਹੈ हुँ, ਉਹਨਾਂ ਦੇ ਜਿਹੜੇ ਮੁੱਦੇ ਹਨ, ਮਹੱਤਵਪੂਰਨ ਮੁੱਦੇ ਹਨ, ਉਹਨਾਂ ਦੇ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। हुँ, हुँ, ਔਰ ਉਸੇ ਦੇ ਕਰਕੇ ਹੀ ਜਿਹੜੀ ਕਾਲੀ ਦੀਵਾਲੀ ਉਹ ਵਾਰ-ਵਾਰ ਮਨਾ ਰਹੇ ਸਨ। ਹਾਲਾਂਕਿ ਉਹਨਾਂ ਨੇ ਇਸ ਦੀ ਸ਼ੁਰੂਆਤ 4-5 ਦਿਨ ਪਹਿਲਾਂ ਹੀ ਕਰ ਦਿੱਤੀ ਸੀ। जी, ਪਹਿਲਾਂ ਹੀ ਉਹਨਾਂ ਨੇ ਜਿਹੜੇ ਕਾਲੀਆਂ ਝੰਡੀਆਂ ਲੈ ਕੇ ਕਾਲੀ ਦੀਵਾਲੀ ਲਿਖ ਕੇ ਪੋਸਟਰ ਜਿਹੜੇ ਉਹ ਥਾਂ-ਥਾਂ ਤੇ ਲਾਉਣੇ ਸ਼ੁਰੂ ਕਰ ਦਿੱਤੇ ਸਨ। हुँ, ਔਰ ਜਦੋਂ ਉਹਨਾਂ ਦੀ ਗੱਲਬਾਤ ਹੋਈ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਵਾਪਸ ਆ ਕੇ ਉਹਨਾਂ ਨੇ ਫਿਰ ਇੱਕ ਵਾਰੀ ਇਹ ਐਲਾਨ ਕੀਤਾ ਕਿ ਉਹਨਾਂ ਦੀ ਦੀਵਾਲੀ ਤਾਂ ਕਾਲੀ ਹੈ। ਫਿਰ ਉਸ ਤੋਂ ਬਾਅਦ ਕੀ ਉਹਨਾਂ ਨੇ ਕੀਤਾ ਕਿ ਮਸ਼ਾਲਾਂ ਲੈ ਕੇ जी, ਜਿਹੜੇ ਆ ਉਹ ਮਾਰਚ ਕੱਢੇ ਉਹਨਾਂ ਨੇ ਕਿ ਉਹਨਾਂ ਦਾ ਅੰਦੋਲਨ ਜਿਹੜਾ ਹੈ, ਜਿਹੜੀ ਕ੍ਰਾਂਤੀਕਾਰੀ ਰੁਖ ਅਖਤਿਆਰ ਕੀਤਾ ਹੈ, ਉਹ ਇਸੇ हुँ, ਤਰੀਕੇ हुँ, ਨਾਲ ਜਾਰੀ ਰਹੇਗਾ, ਉਹ ਦਰਸਾਉਣ ਲਈ ਉਹਨਾਂ ਨੇ ਕੀਤਾ। ਸੋ जी, ਜਿਹੜੇ ਕਿਸਾਨ ਹਨ ਉਹਨਾਂ ਦੀ ਦੀਵਾਲੀ ਕਹਿ ਸਕਦੇ ਹਾਂ ਕਿ ਇਸ ਵਾਰ ਕਾਲੀ ਦੀਵਾਲੀ ਸੀ। जी, ਔਰ बिल्कुल। ਉਸ ਦੇ ਨਾਲ ਕਿਉਂਕਿ ਪੂਰੇ ਪੰਜਾਬ ਦਾ ਆਰਥਿਕ ਪਹਿਲੂ ਜੁੜਿਆ ਹੈ, ਆਰਥਿਕ ਪੱਖ ਜੁੜਿਆ ਬਿਲकुल, ਹੈ ਬਿਲकुल। ਤੇ ਇਸ ਦੇ ਮੱਦੇਨਜ਼ਰ ਜਿਹੜੀ ਹੈ ਦੀਵਾਲੀ ਉਸ ਖਾਲੀ ਨਹੀਂ ਸੀ। ਹੂੰ। ਠੀਕ ਹੈ ਰਾਜੇਸ਼ ਜੀ, ਇੱਕ ਪਾਸੇ ਤਾਂ ਕਿਸਾਨ ਵਿਚਾਰੇ ਕਾਲੀ ਦੀਵਾਲੀ ਹੀ ਆਪਣੀ ਮਨਾਉਂਦੇ ਰਹੇ ਜਿਸ ਤਰੀਕੇ ਨਾਲ ਤੁਸੀਂ ਦੱਸਿਆ। ਦੂਜੇ ਪਾਸੇ ਬੀਜੇਪੀ ਇਹਨਾਂ ਦਿਨਾਂ ਦੇ ਵਿੱਚ ਕੀ ਕਰ ਰਹੀ ਹੈ? ਜੇਪੀ ਨੱਡਾ ਜਿਹੜੇ ਨੇ ਉਹ ਪੰਜਾਬ ਦੌਰੇ ਦੇ ਉੱਤੇ ਆਉਣ ਦੀ ਤਿਆਰੀ ਕਰ ਰਹੇ ਨੇ। ਜੇ ਜੇਪੀ ਨੱਡਾ ਨੇ ਮਿਲਣਾ ਹੁੰਦਾ ਤਾਂ ਉਹ ਦਿੱਲੀ ਵੀ ਮਿਲ ਸਕਦੇ ਸੀ, ਕਿਸਾਨਾਂ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਸੀਗੇ, ਪਰ ਹੁਣ ਉਹ ਪੰਜਾਬ ਦਾ ਰੁਖ ਕਰ ਰਹੇ ਨੇ। ਕੀ ਉਹਨਾਂ ਦਾ ਮਕਸਦ ਦਿਖਾਈ ਦੇ ਰਿਹਾ? ਹੁਣ ਕਿਹੜੀ ਸਿਆਸੀ ਜ਼ਮੀਨ ਨਾਪਣ ਦੇ ਲਈ ਪੰਜਾਬ ਪਹੁੰਚ ਰਹੇ ਨੇ? ਦੇਖੋ, ਇਹ ਟਾਈਮਿੰਗ ਹੈ ਜਿਹਦੇ ਵਿੱਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਬੜੀਆਂ ਅਹਿਮ ਨੇ, ਹੂੰ, ਬਹੁਤ ਅਹਿਮੀਅਤ ਰੱਖਦੀਆਂ ਤਿੰਨ ਚਾਰ ਚੀਜ਼ਾਂ। ਇੱਕ ਤੇ ਕਿਸਾਨਾਂ ਦਾ ਅੰਦੋਲਨ। ਜੀ, ਕਿਸਾਨਾਂ ਦਾ ਅੰਦੋਲਨ ਅਜਿਹਾ ਅੰਦੋਲਨ ਹੈ ਜਿਹੜਾ ਕਿ ਹਮੇਸ਼ਾ ਹੀ ਕਿਸੇ ਵੀ ਸਿਆਸਤ ਦੇ ਵਿੱਚ ਟਰਨਿੰਗ ਪੁਆਇੰਟ ਸਾਬਿਤ ਹੋ ਸਕਦਾ ਹੈ। ਔਰ ਹੂੰ, ਹਰ ਪਾਰਟੀ ਨੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ। ਹਰ ਪਾਰਟੀ ਨੇ ਕਿਹਾ, ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਿਰਫ ਉਹੀ ਕਿਸਾਨਾਂ ਦੇ ਸੱਚੇ ਹਮਦਰਦ ਹਨ, ਬਾਕੀ ਤੇ ਸਾਰੇ ਐਵੇਂ ਹੀ ਆ, ਬਾਕੀ ਸਾਰੇ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਹਨ, ਜਦਕਿ ਹਰ ਕੋਈ ਇਹ ਕੁਝ ਕਰ ਰਿਹਾ ਸੀ। ਕਿਸਾਨ ਜਿਹੜੇ ਹਨ ਉਹ ਬੜੇ ਸਿਆਣੇ ਹਨ, ਇਸ ਗੱਲ ਨੂੰ ਸਮਝਦੇ ਸਨ। ਉਹਨਾਂ ਨੇ ਹਰ ਪਾਰਟੀ ਨੂੰ ਝਿਟਕ ਕੇ ਰੱਖ ਦਿੱਤਾ। ਹਰ ਪਾਰਟੀ ਤੇ ਉਹਨਾਂ ਨੇ ਸਵਾਲ ਚੁੱਕੇ ਕਿ ਉਹਨਾਂ ਦਾ ਜਿਹੜਾ ਅੰਦੋਲਨ ਹੈ ਉਸਨੂੰ ਡੀਰੇਲ ਤੇ ਇਹਨਾਂ ਵੱਲੋਂ ਕੀਤਾ ਜਾ ਸਕਦਾ ਹੈ, ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਦਿੱਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਹਾਲ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਕਿ ਖੁਦ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਦੱਸਦੀ ਸੀ, ਜੀ, ਉਹ ਬਿਲकुल। ਪਾਰਟੀ ਜਿਹੜੀ ਸੀ ਉਹ ਸਿਰਫ ਖੁਦ ਹੀ ਉਹਨਾਂ ਨੇ ਪੈਰ ਖਿੱਚ ਲਏ, ਸਮਝਦਾਰੀ ਵਿਖਾਈ ਆਖਿਰਕਾਰ ਉਹਨਾਂ ਨੇ ਕਿ ਖੁਦ ਹੀ ਪੈਰ ਖਿੱਚ ਲਏ ਇਸ ਅੰਦੋਲਨ ਚੋਂ। ਇਹ ਟਾਈਮਿੰਗ ਹੈ। ਇਸ ਟਾਈਮਿੰਗ ਦੇ ਵਿੱਚ ਹਰ ਕੋਈ ਕੋਸ਼ਿਸ਼ ਕਰ ਰਿਹਾ ਕਿ ਉਹ ਕਿਸਾਨਾਂ ਦਾ ਸੱਚਾ ਹਿਤੈਸ਼ੀ ਸਾਬਿਤ ਹੋਵੇ। ਜੀ, ਉਸ ਟਾਈਮਿੰਗ ਦੇ ਵਿੱਚ ਦੇਖੋ ਕਿ ਟਾਈਮਿੰਗ ਇਹ ਹੈ ਕਿ 18 ਤਰੀਕ ਨੂੰ ਕਿਸਾਨਾਂ ਦੀ ਕਿਸਾਨ ਭਵਨ ਦੇ ਵਿੱਚ ਮੀਟਿੰਗ ਹੈ, ਜਿਹੜੇ ਕਿ ਪੰਜਾਬ ਦੀਆਂ ਸਾਰੀਆਂ ਧਿਰਾਂ ਇਕੱਠੀਆਂ ਹੋ ਕੇ ਕਿਸਾਨਾਂ ਦੀ ਜਿਹੜੀ ਉਹਨਾਂ ਨੇ ਕਈ ਅਹਿਮ ਫੈਸਲੇ ਲੈਣੇ ਹਨ। ਦਿੱਲੀ ਦੇ ਵਿੱਚ ਜਿਹੜੇ ਨੁਮਾਇੰਦੇ ਗਏ ਸਨ ਕਿਸਾਨਾਂ ਨੇ, ਉਹਨਾਂ ਨੇ ਜੋ ਗੱਲਬਾਤ ਕੀਤੀ ਉਹਨਾਂ ਤੇ ਚਰਚਾ ਹੋਣੀ ਹੈ ਔਰ ਉਹਨਾਂ ਦੇ ਚਰਚਾ ਕਰਕੇ ਜਿਹੜਾ ਅਗਲਾ ਫੈਸਲਾ ਜਿਹੜਾ ਹੈ ਕਿਸਾਨਾਂ ਨੇ ਬੀਜੇਪੀ ਨੂੰ ਸੁਣਾਉਣਾ ਹੈ ਕਿ ਆਹ ਫੈਸਲਾ ਉਹਨਾਂ ਨੇ ਕੀਤਾ ਹੈ। ਜੀ, ਔਰ ਉਸ ਤੋਂ ਪਹਿਲਾਂ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਪੀ ਨੱਡਾ 19 ਥਾਵਾਂ ਤੇ ਆਪਣੇ ਜਿਹੜੇ ਜਿੰਨੇ ਵੀ ਇੱਥੇ ਆਫਿਸ ਖੁੱਲ੍ਹਣੇ ਹਨ ਪੰਜਾਬ ਦੇ ਵਿੱਚ ਉਹਨਾਂ ਦਾ ਉਦਘਾਟਨ ਕਰਨਗੇ। ਉਸ ਤੋਂ ਬਾਅਦ ਪੰਜਾਬ ਦੀ ਫੇਰੀ ਵੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਐਲਾਨ ਕਰ ਦਿੱਤੀਆਂ ਗਈਆਂ, ਇਹ ਕਨੈਕਟਡ ਚੀਜ਼ਾਂ ਨੇ ਸਾਰੀਆਂ। ਹੁਣ ਇਹਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਕਿਸੇ ਤਰੀਕੇ ਨਾਲ ਇਸ ਚੀਜ਼ ਨੂੰ ਫੇਰ ਪੜਾਉਣਾ ਚਾਹੁੰਦੀ ਹੈ। ਬੀਜੇਪੀ ਗੱਲ ਸਮਝਣ ਵਾਲੀ ਇਹ ਹੈ ਕਿ ਬੀਜੇਪੀ ਜਿਹੜੀ ਹੈ ਉਸਨੇ ਕਾਂਗਰਸ ਨੂੰ ਕੋਈ ਮਿਲਣ ਦਾ ਸਮਾਂ ਨਹੀਂ ਦਿੱਤਾ। ਅਕਾਲੀ ਦਲ ਪਹਿਲਾਂ ਹੀ ਪਿੱਛੇ ਹਟ ਚੁੱਕੀ ਹੈ। ਅਕਾਲੀ ਦਲ ਕਿਸਾਨਾਂ ਦੀ ਹਿਤੈਸ਼ੀ ਬਣ ਕੇ ਨਾ ਅੱਗੇ ਜਾ ਸਕਦੀ ਹੈ, ਕਿਉਂਕਿ ਜੇ ਜੀ, ਕਿਸਾਨਾਂ ਦੀ ਹਿਤੈਸ਼ੀ ਬਣ ਕੇ ਅੱਗੇ ਜਾਂਦੀ ਵੀ ਹੈ ਤੇ ਅੱਗੋਂ ਬੜਾ ਖਰਾ ਜਵਾਬ ਨਹੀਂ ਮਿਲਦਾ ਹੈ। ਤੁਸੀਂ ਤਾਂ ਪਹਿਲਾਂ ਕਹਿੰਦੇ ਰਹੇ ਹੋ ਜੀ ਤੁਹਾਡਾ ਇੱਕ ਬਹੁਤ ਵਧੀਆ ਸੀ, ਕਿਸਾਨਾਂ ਨੂੰ ਸਮਝਾ ਦਾਂਗੇ, ਤੁਸੀਂ ਲੈ ਕੇ ਆਓ। ਜੀ, ਹੁਣ ਬੀਜੇਪੀ ਨੇ ਸਿਰਫ ਆਪਣੇ ਜਿਹੜੇ ਆਗੂ ਹਨ ਪੰਜਾਬ ਦੇ ਉਹਨਾਂ ਨੂੰ ਅੱਗੇ ਕੀਤਾ। ਜੈਨੀ ਜਿਹੜੇ ਜਦੋਂ ਗਏ ਉੱਥੇ ਦਿੱਲੀ ਦੇ ਵਿੱਚ ਗਏ, ਉਹਨਾਂ ਨੇ ਆਪਣੇ ਆਗੂਆਂ ਨੂੰ ਅੱਗੇ ਕਰਕੇ ਉਹਨਾਂ ਦੇ ਹੱਥ ਲੱਡੂ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਜੇਪੀ ਨੱਡਾ ਵੀ ਇੱਥੇ ਆ ਰਹੇ ਹਨ। ਇਹ ਚੀਜ਼ਾਂ ਸਾਰੀਆਂ ਬੀਜੇਪੀ ਤੋਂ ਜਿਹੜੀ ਕੱਪੜ ਛਾਣ ਹੋ ਕੇ ਬੀਜੇਪੀ ਦੇ ਖੇਮੇ ਦੇ ਵਿੱਚ ਹੀ ਫੇਰ ਆਉਣੀਆਂ ਹਨ। ਜੇ ਇਸ ਚੀਜ਼ ਦੇ ਮੱਦੇਨਜ਼ਰ ਇੱਕ ਹੋਰ ਅਹਿਮ ਚੀਜ਼ ਜਿਹੜੀ ਦਿਮਾਗ ਦੇ ਵਿੱਚ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਕੋਈ ਨਾ ਕੋਈ ਫੈਸਲਾ ਛੇਤੀ ਹੀ ਬੀਜੇਪੀ ਹਾਈ ਕਮਾਂਡ ਵੱਲੋਂ ਆਉਣ ਵਾਲਾ ਹੈ ਇਸ ਗੱਲ ਨੂੰ ਲੈ ਕੇ, ਕਿਸਾਨਾਂ ਦੇ ਮੁੱਦੇ ਨੂੰ ਲੈ ਕੇ
ਜੀ ਜੇ ਬਿਲकुल। ਕਿਸਾਨਾਂ ਦਾ ਜੇ ਕਿਸਾਨਾਂ ਦੇ ਮੁੱਦੇ ਤੇ ਪੰਜਾਬ ਤੇ ਹੂੰ ਬਿਹਾਰ ਤੋਂ ਬਾਅਦ ਵਾਕਿਆ ਹੀ ਬੀਜੇਪੀ ਦਾ ਧਿਆਨ ਹੈ ਪੰਜਾਬ ਤੇ, ਹੂੰ ਇਸ ਦੀ ਉਮੀਦ ਕੀਤੀ ਜਾ ਸਕਦੀ ਹੈ। ਬਿਲਕੁਲ ਰਾਜੇਸ਼ ਜੀ, ਔਰ ਉਮੀਦ ਇਸ ਤਾਂ ਦੇ ਖੈਰ ਵਿੱਚ ਜੀ, ਉਮੀਦ ਤਾਂ ਰਾਜੇਸ਼ ਜੀ ਬਿਲਕੁਲ ਕੀਤੀ ਜਾ ਰਹੀ ਹੈ। ਅਜਿਹੇ ਦੇ ਵਿੱਚ ਜਿਸ ਤਰੀਕੇ ਨਾਲ ਬੀਜੇਪੀ ਨੇ ਦੁਸ਼ਯੰਤ ਜਿਹੜੇ ਗੌਤਮ ਨੇ ਉਹਨਾਂ ਨੂੰ ਜਿਹੜਾ ਇੰਚਾਰਜ ਐਲਾਨ ਦਿੱਤਾ ਹੈ ਪੰਜਾਬ ਦੇ ਵਿੱਚ, ਸੋ ਇਹ ਹੁਣ ਜੀ ਇਹ ਜੀ ਸਟ੍ਰੈਟਜੀ ਕਿੱਥੇ ਜਾ ਰਹੀ ਹੈ ਕਿ ਇੱਕ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਬੀਜੇਪੀ ਦੇ ਵੱਲੋਂ ਪੂਰੀ ਕੀਤੀ ਜਾ ਰਹੀ ਹੈ ਇਹਨਾਂ ਹਾਲਾਤਾਂ ਦੇ ਵਿੱਚ? ਬਿਲਕੁਲ ਜੀ, ਦਲਿਤ ਕਾਰਡ ਬਿਲਕੁਲ ਖੇਡਿਆ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਕਿਉਂਕਿ ਪਹਿਲੇ ਥੋੜਾ ਥੋੜਾ ਹੋ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਇਕੱਲਿਆਂ ਆਪਣੇ ਦਮ ਤੇ ਚੋਣ ਲੜਨ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਉਹ 'ਚ ਦੋ ਘਾਟਾਂ ਜਿਹੜੀਆਂ ਹਨ ਪੰਜਾਬ ਦੇ ਵਿੱਚ ਬੀਜੇਪੀ ਨੂੰ ਜਿਹੜੀਆਂ ਵੇਖਣੀਆਂ ਪੈ ਰਹੀਆਂ ਹਨ, ਉਹ ਇਹ ਹਨ ਕਿ ਪਹਿਲੋਂ ਤਾਂ ਇੱਕ ਸਿੱਖ ਚਿਹਰਾ ਕੋਈ ਨਹੀਂ ਹੈ ਜੀ ਪੰਜਾਬ ਦੇ ਵਿੱਚ, ਕੋਈ ਅਹਿਮ ਸਿੱਖ ਚਿਹਰਾ ਜਿਹੜਾ ਹੈ ਉਹ ਬੀਜੇਪੀ ਕੋਲ ਨਹੀਂ ਹੈ। ਬਿਲकुल। ਦੂਸਰੇ, ਇਸ ਵੇਲੇ ਦਲਿਤ ਵੋਟ ਜਿਹੜਾ ਹੈ ਉਹ ਬੜੀ ਅਹਿਮ ਭੂਮਿਕਾ ਨਿਭਾ ਸਕਦਾ ਹੈ, ਇਹ ਗੱਲ ਜਿਹੜੀ ਬੀਜੇਪੀ ਨੂੰ ਚੰਗੀ ਕਰਦਾ ਹੈ। ਹਾਲਾਂਕਿ ਜੇ ਆਪਾਂ ਪਿੱਛੇ ਵੀ ਜਾਈਏ ਤੇ ਜਿਹੜੇ ਮੈਂਬਰ ਪਾਰਲੀਮੈਂਟ ਸਾਂਪਲਾ ਜਿਹੜੇ ਉਹਨਾਂ ਨੂੰ ਵੀ ਪ੍ਰਧਾਨ ਬਣਾਇਆ ਸੀ, ਇਹ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਕੋਈ ਬਹੁਤਾ ਉਹਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਉਦੋਂ ਜਿਹੜਾ ਗੱਠਜੋੜ ਚੱਲ ਰਿਹਾ ਸੀਗਾ ਔਰ ਬਿਲकुल ਇਸ क्योंकि ਪਾਸੇ अकाली ਵੱਲ दल ਕੋਈ नाल ਬਹੁਤਾ सी। ਧਿਆਨ जी। ਨਹੀਂ ਦਿੱਤਾ ਗਿਆ। ਇਹ ਕੋਸ਼ਿਸ਼ ਕੀਤੀ ਗਈ ਔਰ 2019 ਦੀਆਂ ਜਦੋਂ ਲੋਕ ਸਭਾ ਚੋਣਾਂ ਆਈਆਂ, ਉਦੋਂ ਜਦੋਂ ਹਟਾਇਆ ਗਿਆ ਸੀਗਾ ਸਾਂਪਲਾ ਨੂੰ, ਉਦੋਂ ਉਹਨਾਂ ਨੇ ਇੱਕ ਟਵੀਟ ਕੀਤਾ ਸੀ ਉਸ ਵੇਲੇ ਕਿ ਗਊ ਹੱਤਿਆ ਕਰ ਦਿੱਤੀ ਗਈ ਹੈ। ਅਮਿਤ ਸ਼ਾਹ ਉਸ ਤੋਂ ਬੜਾ ਨਾਰਾਜ਼ ਹੋਏ ਸਨ। ਉਹ ਚੀਜ਼ ਚਲੋ ਖੈਰ ਇੱਕ ਸੈਪਰੇਟ ਹੈ ਕਿ ਦਲਿਤ ਕਾਰਡ ਖੇਡਣ ਦੀ ਉਦੋਂ ਵੀ ਕੋਸ਼ਿਸ਼ ਕੀਤੀ ਗਈ ਸੀ। जी। ਹੁਣ ਜਿਹੜਾ ਦੁਸ਼ਯੰਤ ਗੌਤਮ ਜਿਹੜੇ ਹਨ ਉਹਨਾਂ ਨੂੰ ਜਦੋਂ ਕਿ ਪੰਜਾਬ ਦਾ ਪ੍ਰਭਾਰੀ ਬਣਾ ਦਿੱਤਾ ਗਿਆ, ਪੰਜਾਬ ਦਾ ਇੰਚਾਰਜ ਲਾ ਦਿੱਤਾ ਗਿਆ ਹੈ, ਇਸ ਦੇ ਪਿੱਛੇ ਵੀ ਸਭ ਤੋਂ ਵੱਡਾ ਇਹੀ ਹੈ ਕਿ ਇੱਕ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਅਹਿਮੀਅਤ ਜਿਹੜੀ ਹੈ ਉਹ ਬਹੁਤ ਹੈ। ਔਰ ਇਸ ਦੇ ਨਾਲ ਇੱਕ ਹੋਰ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ जी। ਕਿ ਉਸ ਦਾ ਜਿਹੜਾ ਕੋ-ਇੰਚਾਰਜ ਲਾਇਆ ਗਿਆ ਹੈ ਉਹ ਜੰਮੂ ਬੇਸਡ ਨੇ ਨਰਿੰਦਰ ਸਿੰਘ, जी। ਉਹਨਾਂ ਨੂੰ ਲਾਇਆ ਗਿਆ ਹੈ ਨਾਲ ਕੋ-ਇੰਚਾਰਜ ਕਿ ਸਿੱਖ ਚਿਹਰਾ ਵੀ ਜਿਹੜਾ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤਾਂ ਹੋਰ ਜਿਹੜੇ ਸਿੱਖ ਚਿਹਰੇ ਲੱਭੇ ਜਾਣ। ਇਹ ਜਿਹੜੀ ਪੂਰੀ ਕਵਾਇਦ ਹੈ ਇਹ ਜ਼ਾਹਿਰ ਤੌਰ ਤੇ 2022 ਦੀਆਂ ਚੋਣਾਂ ਦੇ ਮੱਦੇ ਨਜ਼ਰ ਹੀ ਹਨ ਕਿਉਂਕਿ ਇਸੇ ਦੀ ਲੜੀ ਦੇ ਤਹਿਤ ਇਹ ਪ੍ਰਧਾਨ ਥਾਪੇ ਗਏ, ਪ੍ਰਭਾਰੀ ਥਾਪੇ ਗਏ ਹਨ, ਇੰਚਾਰਜ ਥਾਪੇ ਗਏ ਹਨ। ਇਸੇ ਦੀ ਲੜੀ ਦੇ ਤਹਿਤ ਜੇਪੀ ਨੱਡਾ ਜਿਹੜੇ ਹਨ ਉਹ ਪੰਜਾਬ ਫੇਰੀ ਤੇ ਵੀ ਆ ਰਹੇ ਹਨ ਤੇ ਨਾਲ ਪੂਰੇ 19 ਥਾਵਾਂ ਤੇ ਜਿਹੜੇ ਦਫ਼ਤਰ ਹਨ ਉਹ ਖੋਲੇ ਜਾ ਰਹੇ ਹਨ। ਹਾਲਾਂਕਿ ਇਹ ਵੀ ਪਤਾ ਲੱਗ ਰਿਹਾ ਹੈ ਕਿ ਉਹ ਜਿਹੜੇ ਦਫ਼ਤਰ ਖੋਲੇ ਜਾ ਰਹੇ ਹਨ ਉਹ ਸ਼ਾਇਦ ਜਿਹੜਾ ਵਰਚੁਅਲ ਉਦਘਾਟਨ ਜਿਹਨੂੰ ਕਹਿੰਦੇ ਹਨ ਉਹ ਕਰਦੇ ਹਨ, ਉਹਦੇ ਰਾਹੀਂ ਕੀਤਾ ਜਾਏਗਾ, ਪਰ ਪੰਜਾਬ ਦੀ ਫੇਰੀ ਵੀ ਉਹਨਾਂ ਦੀ ਤੈਅ ਦਿੱਤੀ ਜਾ ਰਹੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਇਹ ਸਿਆਸੀ ਸਮੀਕਰਨ ਪੰਜਾਬ ਦੇ ਵਿੱਚ ਜਿਹੜੇ ਹੁਣ ਇਸ ਵੇਲੇ ਬਣ ਰਹੇ ਹਨ ਉਹਨਾਂ ਦੇ ਮੱਦੇ ਨਜ਼ਰ ਹੀ ਜਿਹੜੀਆਂ ਤਿਆਰੀਆਂ ਹਨ ਪਹਿਲੇ ਦੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ, ਪਰ ਉਸ ਦੇ ਵਿੱਚ ਵਾਕਿਆ ਹੀ ਜੇ ਕੋਈ ਚੰਗੀ ਖਬਰ ਆਉਂਦੀ ਹੈ ਕਿਸਾਨਾਂ ਵਾਸਤੇ ਤਾਂ ਉਹ ਬੀਜੇਪੀ ਦਾ ਬਹੁਤ ਵੱਡਾ ਐਜ ਸਾਬਿਤ ਹੋ ਸਕਦਾ ਹੈ। ਹਾਲ ਦੀ ਘੜੀ ਜੇ ਗੱਲ ਕਰੀਏ ਤਾਂ ਕਿਸਾਨਾਂ ਦਾ ਮੁੱਦਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਕਾਂਗਰਸ ਵਾਸਤੇ ਸੰਜੀਵਨੀ ਇੱਕ ਵਾਰੀ ਜ਼ਰੂਰ ਬਣਿਆ ਹੈ। ਹਾਲਾਂਕਿ ਕਾਂਗਰਸ ਦੇ ਪੱਲੇ ਹੋਰ ਕੁਝ ਇੰਨਾ ਕੋਈ ਵਧੀਆ ਨਜ਼ਰ ਨਹੀਂ ਆ ਰਿਹਾ, ਪਰ ਆਹ ਜਿਹੜਾ ਮੁੱਦਾ ਹੈ ਕਿਉਂਕਿ ਉਹਨਾਂ ਨੇ ਕਿਸਾਨਾਂ ਨੇ ਖੁਦ ਹੀ ਅਕਾਲੀ ਦਲ ਨੂੰ ਛਿੜਕ ਕੇ ਪਰਾਂ ਰੱਖ ਦਿੱਤਾ ਕਿ ਇਹ ਸਾਡੀ ਹਿਤੈਸ਼ੀ ਬਿਲਕੁਲ ਨਹੀਂ ਹੈ। ਕਾਂਗਰਸ ਜਿਹੜੀ ਉਹ ਕਿਸੇ ਨਾ ਕਿਸੇ ਫਰੰਟ ਤੇ ਹਮੇਸ਼ਾ ਹੀ ਰਹੀ ਔਰ ਜੋ ਪੰਜਾਬ ਦੇ ਵਿੱਚ ਅੰਦੋਲਨ ਹੈ ਉਹਨੂੰ ਕਿਤੇ ਨਾ ਕਿਤੇ ਪੰਜਾਬ ਸਪਾਂਸਰਡ ਜਿਹੜਾ ਅੰਦੋਲਨ ਇਹ ਵੀ ਕਿਹਾ ਜਾਂਦਾ ਹੈ। ਤਾਂ ਜ਼ਾਹਿਰ ਤੌਰ ਤੇ ਕਿਤੇ ਨਾ ਕਿਤੇ ਅਜੇ ਕਾਂਗਰਸ ਦਾ ਥੋੜਾ ਬਹੁਤ ਐਜ ਹੈ ਕਿਸਾਨਾਂ ਦੇ ਮੁੱਦੇ ਤੋਂ ਲਾਹਾ ਲੈਣ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਦੇ ਮੱਦੇ ਨਜ਼ਰ ਜੇ ਹੁਣ ਕੋਈ ਚੰਗਾ ਫੈਸਲਾ ਹੁੰਦਾ ਹੈ ਬੀਜੇਪੀ ਵੱਲੋਂ ਤਾਂ ਬੀਜੇਪੀ ਸਾਰਾ ਲਾਹਾ ਲੈ ਸਕਦੀ ਹੈ ਕਿਉਂਕਿ ਉਹ ਲੱਡੂ ਜਿਹੜਾ ਹੈ ਆਪਣੇ ਇੱਥੇ ਦੇ ਪੰਜਾਬ ਦੇ ਲੀਡਰਾਂ ਦੇ ਹੱਥ ਹੀ ਦੇਣਗੇ ਤਾਂ ਉਸ ਦਾ ਫਾਇਦਾ ਜਿਹੜਾ ਹੈ ਉਹ ਬੀਜੇਪੀ ਨੂੰ ਮਿਲ ਸਕਦਾ ਹੈ। जी। ਦੂਜੀ ਤਰ੍ਹਾਂ ਦੀ ਗੱਲ जी ਕਰੀਏ राजेश जी बिल्कुल दुष्यंत गौतम है ਉਹਨਾਂ ਨੂੰ ਐਲਾਨ ਦੇਣਾ ਇੰਚਾਰਜ, ਉਸ ਤੋਂ ਇਲਾਵਾ ਤੁਸੀਂ ਦੱਸ ਰਹੇ ਹੋ ਨਰਿੰਦਰ ਸਿੰਘ ਨੂੰ ਹੈ ਨਾ ਇੱਕ ਸਿੱਖ ਵਿਅਕਤੀ ਨੂੰ ਵੀ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਕਿਤੇ ਨਾ ਕਿਤੇ ਜਿਹੜੀ ਕਹਿ ਸਕਦੇ ਹਾਂ ਕਿ ਨਾਰਾਜ਼ ਜਿਹੜੇ ਕਿਸਾਨ ਨੇ ਧਰਮ ਦੀ ਆੜ ਦੇ ਵਿੱਚ ਹੁਣ ਉਹਨਾਂ ਨੂੰ ਸਾਧੇਗੀ ਭਾਜਪਾ। ਦੇਖੋ ਬਿਲਕੁਲ ਕਿਸਾਨਾਂ ਦਾ ਪਹਿਲੇ ਤੇ ਸਭ ਤੋਂ ਵੱਡਾ ਉਹਨਾਂ ਦੇ ਮੁੱਦੇ ਹੱਲ ਹੋਣੇ ਬਹੁਤ ਜ਼ਰੂਰੀ ਹਨ। ਦੇਖੋ ਹੁਣ ਜਦੋਂ ਕਿਸਾਨ ਉੱਥੇ ਗਏ ਉਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਕਹੀ, ਹਾਲਾਂਕਿ ਤਿੰਨ ਜਿਹੜੇ ਖੇਤੀ ਕਾਨੂੰਨ ਹਨ ਉਹ ਆਪਣੀ ਥਾਂ ਤੇ ਹਨ ਜਿਨ੍ਹਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਨੇ ਸਭ ਤੋਂ ਵੱਡੀ ਇਹ ਗੱਲ ਕਹੀ ਕਿ ਤੁਸੀਂ ਜਿਹੜਾ ਸਵਾਮੀਨਾਥਨ ਰਿਪੋਰਟ ਹੈ ਉਹਨੂੰ ਲਾਗੂ ਕਿਉਂ ਨਹੀਂ ਕਰਦੇ। ਜੇ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਜਾਵੇ ਤਾਂ ਸਾਰੇ ਝਗੜੇ ਖਤਮ ਹੋ ਜਾਂਦੇ ਹਨ। ਹੁਣ ਇਸ ਦੇ ਵਿੱਚ ਸੋਧ ਹੋ ਸਕਦੀ ਹੈ, ਕਿਸਾਨ ਦੇ ਜਿਹੜੇ ਬਿੱਲ ਹਨ ਉਹਨਾਂ ਦੇ ਵਿੱਚ ਸੋਧ ਕਰ ਸਕਦੀ ਹੈ ਬੀਜੇਪੀ, ਉਸ ਦੇ ਵਿੱਚ ਸੋਧ ਕਰਕੇ ਜਿਹੜੀ ਐਮਐਸਪੀ ਹੈ ਉਸਨੂੰ ਵਿਧਾਨਕ ਰੂਪ ਦੇ ਸਕਦੀ ਹੈ, ਉਸਨੂੰ ਲੀਗਲ ਸ਼ਕਲ ਦੇ ਸਕਦੀ ਹੈ। ਤਾਂ ਜ਼ਾਹਿਰ ਤੌਰ ਤੇ ਜੇ ਕੋਈ ਅਜਿਹਾ ਸਟੈਪ ਉਠਾ ਲੈਂਦੇ ਕਿਉਂਕਿ ਸਭ ਤੋਂ ਵੱਡੀ ਕਿਸਾਨਾਂ ਨੂੰ ਖਰਚਾ ਤਾਂ ਇਹੀ ਹੈ ਨਾ ਕਿ ਐਮਐਸਪੀ ਖਤਮ ਹੋ ਜਾਏਗਾ, ਮਾਰਕੀਟ ਕਮੇਟੀਆਂ ਖਤਮ ਹੋ ਜਾਣਗੀਆਂ, ਕਿਸਾਨ ਜਿਹੜੇ ਹਨ ਉਹ ਵੱਡੇ ਘਰਾਣਿਆਂ ਦੇ ਜਿਹੜੇ ਕਾਰਪੋਰੇਟ ਘਰਾਣੇ ਉਹਦੇ ਗੁਲਾਮ ਬਣ ਜਾਂਦੇ ਹਨ। ਜੇ ਕੋਈ ਅਜਿਹਾ ਕਾਨੂੰਨ ਪਾ ਦਿੰਦੇ ਹਨ ਤਾਂ ਫਿਰ
ਜ਼ਾਹਿਰ ਤੌਰ ਤੇ ਕਿਤੇ ਨਾ ਕਿਤੇ, ਕਿਉਂਕਿ ਜੇ ਉਹ ਇੱਕ ਪਾਸੇ ਇਹ ਵੀ ਕਹਿ ਰਹੇ ਹਨ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ, ਤਾਂ ਉਸ ਪਾਸੇ ਵੱਲ ਜੇ ਕੋਈ ਸਾਰਥਕ ਵਾਕਿਆ ਹੀ ਜਾਣਾ ਚਾਹੁੰਦੇ ਹਨ ਤਾਂ ਉਸ ਦੇ ਵਿੱਚ ਕਿਸਾਨਾਂ ਨੂੰ ਵੀ ਫਾਇਦਾ ਹੋ ਸਕਦਾ ਹੈ, ਬੀਜੇਪੀ ਨੂੰ ਵੀ ਫਾਇਦਾ ਹੋ ਸਕਦਾ ਹੈ। ਜੇ ਪੰਜਾਬ ਦੀ ਬਾਕੀ ਪਾਰਟੀਆਂ ਦੀ ਗੱਲ ਕਰੀਏ, ਕਿਉਂਕਿ ਥੋੜਾ ਜਿਹਾ ਸਿਨੈਰੀਓ ਵੀ ਸਮਝਣਾ ਪਏਗਾ ਥੋੜਾ ਜਿਹਾ, ਕਿ ਬਿਲकुल। ਜੇ ਅਸੀਂ ਪੂਰੀ ਬੀਜੇਪੀ ਨੂੰ ਨਾ ਫਾਇਦਾ ਦੇਈ ਜਾਈਏ, ਕਿਉਂਕਿ ਇਸ ਦੇ ਵਿੱਚ ਥੋੜਾ ਜਿਹਾ ਸਿਨੈਰੀਓ ਸਮਝਣਾ ਪਏਗਾ, ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਕਈ ਖੱਬੇ ਪੱਖੀ ਧਿਰਾਂ ਹਨ ਜਿਹੜੀਆਂ ਕਿ ਇਕਜੁੱਟ ਹੋਣ ਨੂੰ ਫਿਰਦੀਆਂ ਹਨ। जी। ਸੁਖਪਾਲ ਖਹਿਰਾ ਵਾਜਾ ਮਾਰ ਰਹੇ ਹਨ, ਡਾਕਟਰ ਗਾਂਧੀ ਜਿਹੜੇ ਹਨ ਉਹ ਵੀ ਕਹਿ ਰਹੇ ਹਨ ਕਿ ਸਾਨੂੰ ਇੱਕ ਹੋ ਜਾਣਾ ਚਾਹੀਦਾ ਹੈ, ਅਕਾਲੀ ਦਲ ਟਕਸਾਲੀ ਜਿਹੜੇ ਹੈ ਉਹ ਵੀ ਕਹਿ ਰਹੇ ਹਨ ਕਿ ਸਾਨੂੰ ਇੱਕ ਹੋ ਜਾਣਾ ਚਾਹੀਦਾ, ਜਿਹੜੇ ਹਮ ਖਿਆਲੀ ਹੈ ਉਹਨਾਂ ਨੂੰ ਮਿਲ ਜਾਣਾ ਚਾਹੀਦਾ ਹੈ। ਬੈਂਸ ਉਹ ਵੀ ਇਹ ਗੱਲ ਕਹਿ ਰਹੇ ਹਨ। ਸੋ ਇਸ ਤਰ੍ਹਾਂ ਦੀਆਂ ਜਿਹੜੇ ਕਈ ਧਿਰਾਂ ਹਨ ਜਿਹੜੀਆਂ ਕਿ ਇੱਕ ਹੋਣ ਨੂੰ ਫਿਰਦੀਆਂ ਹਨ। ਜੇ ਵੱਡਾ ਇੱਕ ਡੈਮੋਕ੍ਰੈਟਿਕ ਅਲਾਈਅੰਸ ਬਣਾਉਂਦੇ ਹਨ ਤਾਂ ਫਿਰ ਸਮੀਕਰਨ ਹੋਰ ਹੋਣਗੇ। ਆਮ ਆਦਮੀ ਪਾਰਟੀ ਜਿਹੜੀ ਹੈ ਉਸਦਾ ਤੁਸੀਂ ਦੇਖਿਆ ਕਿ ਉਸਨੂੰ ਪਿਛਲੀਆਂ ਵਿਧਾਨ ਸਭਾ ਸੀਟਾਂ 'ਚ ਜਿਹੜੀਆਂ ਮਿਲੀਆਂ ਸੀਗੀਆਂ, ਹਾਲਾਂਕਿ ਦੂਜੀ ਧਿਰ ਬਣ ਕੇ ਸਾਹਮਣੇ ਆਈ ਸੀ, 20 ਸੀਟਾਂ ਸਿਰਫ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਉਸ ਤੋਂ ਵੀ ਪਿਛੜ ਗਈ ਸੀ, ਉਹਨੂੰ ਸਿਰਫ 15 ਸੀਟਾਂ ਮਿਲੀਆਂ ਸਨ। ਸੋ ਇਹ ਪਾਰਟੀਆਂ ਜਿਹੜੀਆਂ ਇਸ ਵੇਲੇ ਹਾਸ਼ੀਏ ਤੇ ਹਨ। ਇਸ ਵੇਲੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਦਾ ਕੋਈ ਇੱਥੇ ਡੰਕਾ ਵੱਜਦਾ ਹੈ, ਉਹ ਕਿਸੇ ਦਾ ਨਹੀਂ ਹੈ ਇਸ ਵੇਲੇ। ਤੇ ਸਿਰਫ ਬੀਜੇਪੀ ਜਿਹੜੀ ਕਿ ਵੱਖਰਾ ਹੋ ਕੇ ਲੜਨਾ ਚਾਹੁੰਦੀ ਹੈ, ਔਰ ਪਹਿਲੀ ਵਾਰ ਹੋਏਗਾ ਕਿ ਬੀਜੇਪੀ 117 ਵਿਧਾਨ ਸਭਾ ਸੀਟਾਂ ਤੇ ਲੜਨਗੇ, ਤੇ ਜੇ ਉਹ ਕਿਸਾਨਾਂ ਦੇ ਮੁੱਦੇ ਨੂੰ ਹੱਲ ਕਰ ਪਾਉਂਦੇ ਹਨ, ਕਿਉਂਕਿ ਸ਼ਹਿਰੀ ਵੋਟ ਜਿਹੜੇ ਹਨ ਉਹ ਕਾਫੀ ਹੱਦ ਤੱਕ ਇਹਨਾਂ ਦੇ ਜਿਹੜੇ ਜੇਬ 'ਚ ਸਮਝੇ ਜਾਂਦੇ ਹਨ ਕਿ ਕਾਫੀ ਹੱਦ ਤੱਕ ਇਹਨਾਂ ਦੇ ਹਨ, ਪਰ ਜੇ ਅਜਿਹਾ ਕੁਝ ਕਰ ਪਾਉਂਦੇ ਹਨ ਤਾਂ ਤਦ ਇਹਨਾਂ ਨੂੰ ਕੋਈ ਫਾਇਦਾ ਹੋ ਸਕਦਾ ਹੈ। ਅਦਰਵਾਈਜ਼ ਇਹ ਵੀ ਪਾਰਟੀ ਉਸੇ ਤਰੀਕੇ ਨਾਲ ਸਿਮਟ ਕੇ ਰਹਿ ਸਕਦੀ ਜੀ। ਰਾਜੇਸ਼ ਜੀ, ਜਿਸ ਵੇਲੇ ਬੀਜੇਪੀ ਨੇ ਜਦੋਂ ਐਲਾਨ ਕੀਤਾ ਕਿ ਅਸੀਂ ਇਕੱਲੇ ਜਿਹੜੇ ਆ ਚੋਣਾਂ ਲੜਾਂਗੇ, ਤਾਂ ਉਸ ਵੇਲੇ ਇਹ ਦੱਸੋ ਕਿ ਜਿਹੜਾ ਅਕਾਲੀ ਦਲ ਹੈ, 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਹੈ, ਘਿਓ ਖਿਚੜੀ ਵਰਗਾ ਰਿਸ਼ਤਾ ਮੰਨਿਆ ਜਾਂਦਾ, ਉਹਨਾਂ ਦਾ ਰਿਐਕਸ਼ਨ ਕੀ ਆਇਆ? ਦੇਖੋ, ਘਿਓ ਖਿਚੜੀ ਵਾਲਾ ਰਿਸ਼ਤਾ ਮੰਨਿਆ ਜਾਂਦਾ ਸੀ, ਕਿਹਾ ਜਾਂਦਾ ਸੀਗਾ, ਪਰ ਹੁਣ ਤੇ ਉਹ ਤੋੜਾ ਵਿਛੋੜਾ ਹੋ ਚੁੱਕਾ ਹੈ। ਉਹ ਜਿਹੜੀ ਕਹਾਣੀ ਹੈ, ਸਟੋਰੀ ਖਤਮ ਹੋ ਚੁੱਕੀ ਹੈ। ਹੁਣ ਤੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਜਿਹੜੀ ਹੈ ਉਹ ਬੜੇ ਜ਼ੋਰਾਂ ਸ਼ੋਰਾਂ ਤੇ, ਕਿਉਂਕਿ ਉਹ ਇਸ ਗੱਲ ਨੂੰ ਮਜ਼ਾਹੀਆ ਲਹਿਜੇ 'ਚ ਲੈਣ ਦੀ ਕੋਸ਼ਿਸ਼ ਕਰਦੇ ਨੇ, ਜਿੱਦਾਂ ਸਿਆਸੀ ਬੰਦੇ ਕਰਦੇ ਨੇ, ਕਿ ਸਿਆਸੀ ਆਗੂ ਜਿਸ ਤਰ੍ਹਾਂ ਕਰਦੇ ਨੇ ਕਿ ਜੇ ਅਜਿਹੀ ਉਹ ਗੱਲ ਕਰ ਰਹੇ ਤੇ ਬੜੀ ਹਾਸੋਹੀਣੀ ਗੱਲ ਹੈ। ਇਸ ਢੰਗ ਨਾਲ ਉਸਨੂੰ ਕਹਿੰਦੇ ਹਨ ਕਿ ਇਹ ਉਹ, ਕਿਉਂਕਿ ਬੀਜੇਪੀ ਨਵੇਂ ਖਿਡਾਰੀ ਨਹੀਂ ਹਨ, ਬੀਜੇਪੀ ਬਹੁਤ ਪੁਰਾਣੇ ਖਿਡਾਰੀ ਹਨ। ਹਾਲਾਂਕਿ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਸਮੀਕਰਨ ਬਹੁਤ ਡਿਫਰੈਂਟ ਹੈ। ਪੰਜਾਬ ਦੇ ਵਿੱਚ ਬਹੁਤ ਔਖਾ ਹੈ ਕਿ ਬੀਜੇਪੀ 117 ਸੀਟਾਂ ਤੇ ਚੋਣ ਲੜੇ ਤਾਂ ਉਸਨੂੰ ਕੋਈ ਵੱਡੀ ਕਾਮਯਾਬੀ ਮਿਲ ਜਾਏ, ਬਹੁਤ ਔਖਾ ਹੈ, ਬਹੁਤ ਦੂਰ ਦੀ ਕੌੜੀ ਹੈ। ਪਰ ਇਸ ਵੇਲੇ ਜਿਹੜਾ ਮੁੱਦਾ ਹੈ, ਜਿਸ ਤਰ੍ਹਾਂ ਕਿ ਮੈਂ ਸ਼ੁਰੂਆਤ 'ਚ ਗੱਲ ਕੀਤੀ ਕਿ ਇਸ ਵੇਲੇ ਮੁੱਦਾ ਜਿਹੜਾ ਕਿਸਾਨਾਂ ਦਾ ਬਹੁਤ ਅਹਿਮੀਅਤ ਰੱਖਦਾ ਹੈ। ਕਿਸਾਨਾਂ ਦੇ ਮੁੱਦੇ ਨੇ ਪੰਜਾਬ ਦੇ ਵਿੱਚ ਕਈ ਟਰਨਿੰਗ ਪੁਆਇੰਟਸ ਲੈ ਕੇ ਆਉਂਦੇ, ਕਈ ਚੀਜ਼ਾਂ, ਕਈ ਅੰਦੋਲਨ ਲੈ ਕੇ ਆਉਂਦੇ, ਕਈ ਚੰਗੇ ਅੰਦੋਲਨ, ਕਈ ਮਾੜੇ ਅੰਦੋਲਨ, ਕਈ ਚੀਜ਼ਾਂ ਆਈਆਂ ਸਾਹਮਣੇ। ਪਰ ਉਸ ਮੁੱਦੇ ਨੂੰ ਪੜਾਉਣ ਦੇ ਵਿੱਚ ਕਿਹੜੀ ਪਾਰਟੀ ਕਾਮਯਾਬ ਹੁੰਦੀ ਹੈ, ਇਹ ਬਹੁਤ ਵੱਡੀ, ਬਹੁਤ ਅਹਿਮੀਅਤ ਰੱਖਦੀ ਹੈ ਚੀਜ਼। ਹੁਣ ਕਿਉਂਕਿ ਗੇਂਦ ਜਿਹੜੀ ਹੈ ਇਸ ਵੇਲੇ ਸੈਂਟਰ ਦੇ ਪਾਲੇ ਦੇ ਵਿੱਚ ਹੈ, ਕਿਸਾਨਾਂ ਦੇ ਪਾਲੇ ਦੇ ਵਿੱਚ ਵੀ ਕਹਿ ਸਕਦੇ, ਕਿਉਂਕਿ 18 ਤਰੀਕ ਨੂੰ ਕਿਸਾਨਾਂ ਦੀ ਪਹਿਲੋਂ ਮੀਟਿੰਗ ਹੈ। ਪਰ ਕਿਸਾਨਾਂ ਨੂੰ ਹਜੇ ਇਹ ਜ਼ਰੂਰ ਚੰਗਾ ਲੱਗਾ ਹੈ ਕਿ ਮੀਟਿੰਗ ਜਿਹੜੀ ਸੁਖਾਲੇ ਮਾਹੌਲ ਦੇ ਵਿੱਚ ਹੋਈ ਹੈ। ਵਾਰ-ਵਾਰ ਕਿਸਾਨ ਕਹਿੰਦੇ ਹਨ, ਕਈ ਘੰਟਿਆਂ ਲੰਮੇ ਮੈਰਾਥਨ ਮੀਟਿੰਗ ਵੀ ਚੱਲੀ, ਪਰ ਹਾਲੇ ਕੋਈ ਹੱਲ ਨਹੀਂ ਨਿਕਲ ਪਾਇਆ। ਤੇ ਜਿਹੜੀ ਜੇਪੀ ਨੱਡਾ ਦੀ ਫੇਰੀ ਹੈ ਜਾਂ ਪੰਜਾਬ 'ਚ ਧਿਆਨ ਦੇਣ ਦੀ ਗੱਲ ਹੈ, ਉਹ ਤੋਂ ਥੋੜੀ ਜਿਹੀ ਉਮੀਦ ਜ਼ਰੂਰ ਜਾਗਦੀ ਹੈ ਕਿ ਸ਼ਾਇਦ ਪੰਜਾਬ ਵੱਲ ਹੁਣ ਨਰਿੰਦਰ ਮੋਦੀ ਦਾ ਧਿਆਨ ਹੋਵੇਗਾ ਤਾਂ ਕੋਈ ਨਾ ਕੋਈ ਸ਼ਾਇਦ ਕੋਈ ਸਾਰਥਕ ਨਤੀਜਾ ਸਾਹਮਣੇ ਆ ਜਾਏ। ਬਿਲਕੁਲ। ਆਉਣ ਵਾਲੇ ਹਾਲਾਤਾਂ ਦੀ ਗੱਲ ਕਰੀਏ ਰਾਜੇਸ਼ ਜੀ, ਤਾਂ ਕੀ ਨਜ਼ਰ ਆ ਰਹੇ ਨੇ? ਬੀਜੇਪੀ ਦਾ ਵੀ ਇੰਨਾ ਵੱਡਾ ਐਲਾਨ ਕਰ ਦੇਣਾ, 177 ਸੀਟਾਂ ਦੇ ਉੱਤੇ ਜਿੱਤ ਹਾਸਿਲ ਕਰਨੀ, ਉਹ ਵੀ ਇਕੱਲੇ ਲੜਦੇ ਹੋਏ। ਸੋ ਕਿਤੇ ਨਾ ਕਿਤੇ ਲੱਗਦਾ ਕਿ ਜੇ ਤਾਂ ਕਿਸਾਨਾਂ ਨੂੰ ਮਨਾ ਲੈਂਦੀ ਹੈ ਸਰਕਾਰ, ਖਾਸ ਕਰਕੇ ਭਾਜਪਾ ਸਰਕਾਰ, ਤਾਂ ਕਿਤੇ ਨਾ ਕਿਤੇ ਤਾਂ ਕਿਸਾਨ ਜਿਹੜੇ ਆ ਉਹ ਮੋਲਡ ਹੋ ਸਕਦੇ ਨੇ। ਪਰ ਜੇ ਅਜਿਹੀ ਸਥਿਤੀ ਆਈ ਹੀ ਨਾ, ਤਾਂ ਇੱਥੇ ਬੀਜੇਪੀ ਦਾ ਜਿਹੜਾ ਭਵਿੱਖ ਹੈ ਉਹ ਨਜ਼ਰ ਕੀ ਆ ਰਿਹਾ ਪੰਜਾਬ ਦੇ ਵਿੱਚ? ਬਿਲਕੁਲ, ਮੈਂ ਇਹੀ ਗੱਲ ਤੇ ਐਮਫਸਾਈਜ਼ ਕਰ ਰਿਹਾ ਜੀ, ਬਿਲਕੁਲ ਇਹੀ ਗੱਲ ਤੇ ਜ਼ੋਰ ਦੇ ਰਿਹਾ ਹਾਂ ਕਿ ਇਸ ਵੇਲੇ ਮਾਹੌਲ ਜਿਹੜਾ ਹੈ ਉਹ ਕਾਫੀ ਹੱਦ ਤੱਕ ਪੰਜਾਬ ਦੇ ਵਿੱਚ ਕਿਸਾਨ ਪੱਖੀ ਹੈ। ਬਿਲਕੁਲ। ਕਿਸਾਨਾਂ ਦੀ ਲੜਾਈ ਜਿਹੜੀ ਹੈ, ਕਿਸਾਨਾਂ ਦੀ ਲੜਾਈ ਨਹੀਂ ਰਹਿ ਗਈ, ਬਲਕਿ ਪੰਜਾਬ ਦੀ ਲੜਾਈ ਬਣ ਚੁੱਕੀ। ਪੰਜਾਬ ਦੇ ਵਿੱਚ ਅਜਿਹਾ ਅੰਦੋਲਨ ਉੱਠਿਆ ਹੈ ਕਿ ਹਰ ਕੋਈ ਚਾਹੁੰਦਾ ਹੈ ਕਿ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ, ਇਸ ਨੂੰ ਹੱਲ ਹੋਣਾ ਚਾਹੀਦਾ ਹੈ। ਕਿ ਜਿਹੜੇ ਤੁਸੀਂ ਫਾਇਦੇ ਲੈ ਕੇ ਕਿਸਾਨਾਂ ਦੇ ਤੁਰੇ ਹੋ, ਤੁਸੀਂ ਕਹਿੰਦੇ ਹੋ ਜੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ, ਤੁਸੀਂ ਕਹਿੰਦੇ ਹੋ ਜੀ ਕਿਸਾਨਾਂ ਦੇ ਫਾਇਦੇ ਵਾਸਤੇ ਇਹ ਜਿਹੜੇ ਆਰਡੀਨੈਂਸ ਲੈ ਕੇ ਆਏ ਹਨ, ਕਿਸਾਨ ਉਹਨਾਂ ਨੂੰ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਆਵਾਜ਼ਾਂ ਮਾਰ ਕੇ ਕਿਉਂ ਦਿੰਦੇ ਹੋ? ਇਹ ਹਰ ਕਿਸੇ ਦੀ ਜ਼ੁਬਾਨ ਤੇ ਹੈ। ਸੋ ਜ਼ਾਹਿਰ ਤੌਰ ਤੇ ਜੇ ਕੋਈ ਚੰਗਾ ਸਾਰਥਕ ਨਤੀਜਾ ਲੈ ਕੇ ਆਉਂਦੇ ਹਨ ਬੀਜੇਪੀ ਵਾਲੇ, ਤਾਂ ਬੀਜੇਪੀ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕਦਾ ਹੈ, ਕਿਸਾਨ ਉਹਨਾਂ ਦਾ ਵੈਲਕਮ ਕਰ ਸਕਦੇ ਹਨ। ਦੂਜੇ ਪਾਸੇ ਕਿਉਂਕਿ ਕਿਸਾਨ ਜਿਹੜੇ ਹਨ ਉਹ ਸਾਰੀਆਂ ਪਾਰਟੀਆਂ ਨੂੰ ਨਕਾਰ ਚੁੱਕੇ ਹਨ,
ਕਾਂਗਰਸ ਨੂੰ ਅੱਜ ਮੈਂ ਪਹਿਲਾਂ ਇਸ ਕਰਕੇ ਕਹਿ ਦਿੱਤਾ ਕਿ ਕਾਂਗਰਸ ਜਿਹੜੀ ਹੈ ਉਹ ਸਾਥ ਦੇ ਰਹੀ ਹੈ ਹਰ ਤਰੀਕੇ ਨਾਲ, ਹਰ ਹੀਲੇ ਨਾਲ। ਪੰਜਾਬ ਦੇ ਵਿੱਚ ਇਹਨਾਂ ਲੰਮਾ ਐਜੀਟੇਸ਼ਨ ਚੱਲੀ ਹੈ, ਉਸਦੇ ਵਿੱਚ ਜਿਹੜਾ ਪੰਜਾਬ ਦਾ ਨੁਕਸਾਨ ਵੀ ਲਗਾਤਾਰ ਹੋ ਰਿਹਾ ਹੈ, ਔਰ ਵਪਾਰੀ ਵਰਗ ਜਿਹੜਾ ਅਲੱਗ ਪਰੇਸ਼ਾਨ ਹੈ। ਹਰ ਤਰ੍ਹਾਂ ਦੇ ਨੁਕਸਾਨ ਜਿਹੜੇ ਪੰਜਾਬ ਨੂੰ ਝੇਲਣੇ ਪੈ ਰਹੇ ਹਨ, ਉਹ ਵੀ ਉਦੋਂ ਜਦੋਂ ਕਿ ਇਹ ਪੋਸਟ ਕੋਵਿਡ ਏਰਾ ਹੈ, ਜਦੋਂ ਕਿ ਕੋਵਿਡ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੇ ਉਸ ਤੋਂ ਬਾਅਦ ਜਿਹੜੇ ਏਡੇ ਵੱਡੇ ਵੱਡੇ ਨੁਕਸਾਨ ਪੰਜਾਬ ਵਾਸਤੇ ਸਹਿਣਾ ਬੜਾ ਔਖਾ ਹੈ। ਔਰ ਕਿਸੇ ਵੇਲੇ ਇਹ ਵੀ ਚਿੰਤਾ ਸਤਾਉਂਦੀ ਹੈ ਕਿ ਪੰਜਾਬ ਜਾ ਕਿਹੜੇ ਪਾਸੇ ਨੂੰ ਰਿਹਾ ਹੈ। ਜੇ ਕੋਈ ਸਾਰਥਕ ਨਤੀਜਾ ਨਹੀਂ ਹੁੰਦਾ ਕੇਂਦਰ ਵੱਲੋਂ ਤਾਂ ਪੰਜਾਬ ਦਾ ਕੀ ਹੋਣ ਵਾਲਾ ਹੈ, ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜੀ। ਸਿਰਫ ਇਹਨਾਂ ਦਿਨਾਂ ਦੇ ਵਿੱਚ ਰਾਜੇਸ਼ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਹੁਣ ਸਿਆਸਤ ਜਿਹੜੀ 2022 ਨੂੰ ਚੋਣਾਂ ਹੋਣੀਆਂ ਨੇ, ਹੁਣ ਉਹਨੂੰ ਲੈ ਕੇ ਸਿਆਸਤ ਹੁਣੇ ਤੋਂ ਸ਼ੁਰੂਆਤ ਹੋਣ ਲੱਗੀ ਹੈ। ਬਿਲਕੁਲ ਜੀ, ਜਿਵੇਂ ਕਿ ਮੈਂ ਇਹੀ ਕਹਿ ਰਿਹਾ ਵਾਰ-ਵਾਰ ਕਿ ਕਿਸਾਨਾਂ ਦਾ ਅੰਦੋਲਨ ਜਿਹੜਾ ਬਹੁਤ ਵੱਡਾ ਟਰਨਿੰਗ ਪੁਆਇੰਟ ਸਾਬਤ ਹੁੰਦਾ ਹੈ। ਔਰ ਇਸ ਵਾਰੀ ਵੀ ਦੇਖੋ ਤੁਸੀਂ, ਹਰ ਪਾਰਟੀ ਨੇ ਕਿੰਨੇ ਵੱਡੇ ਪੱਧਰ ਤੇ ਜਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਸ ਚੀਜ਼ ਤੋਂ ਲਾਹਾ ਲਈ ਵੱਧ ਤੋਂ ਵੱਧ, ਮਤਲਬ ਕਿ ਇਸ ਢੰਗ ਨਾਲ ਜਿਹੜਾ ਇੱਕ ਹਰ ਪਾਰਟੀ ਨੇ ਕੋਸ਼ਿਸ਼ ਕੀਤੀ ਕਿ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਉਹਨਾਂ ਨੇ ਧਰਨੇ ਔਰ ਡਾਂਗਾ ਵੀ ਖਾਧੀਆਂ ਹਰ ਤਰੀਕੇ ਨਾਲ, ਤੇ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦਾ ਸੱਚਾ ਹਿਤੈਸ਼ੀ, ਕਿਸਾਨਾਂ ਦਾ ਸੱਚਾ ਹਮਦਰਦ ਉਹਨਾਂ ਤੋਂ ਵੱਡਾ ਕੋਈ ਨਹੀਂ ਹੈ। ਇਹ ਹਰ ਇੱਕ ਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਬਹੁਤ ਸਿਆਣੇ ਨੇ, ਉਹਨਾਂ ਨੇ ਵਾਰ-ਵਾਰ ਇਹ ਕਿਹਾ ਕਿ ਉਹਨਾਂ ਦਾ ਧਿਆਨ ਕਿਸਾਨਾਂ ਵੱਲ ਨਹੀਂ, ਉਹਨਾਂ ਵੱਲ ਨਹੀਂ, ਉਹਨਾਂ ਦਾ ਕਿਸਾਨ ਸਿਰਫ 2022 ਵੱਲ ਹੈ। ਔਰ ਇਹ ਸਾਰੇ ਸਮਝਦੇ ਨੇ, ਕਿਸਾਨ ਬਹੁਤ ਸਾਡੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਹ ਸਿਆਸੀ ਪਾਰਟੀਆਂ ਕੀ ਕਰਨਾ ਚਾਹੁੰਦੀਆਂ ਹਨ। ਕਿਸਾਨਾਂ ਨੂੰ ਚਾਹੀਦਾ ਹੈ ਸਿਰਫ ਹੱਲ, ਕਿਸਾਨਾਂ ਨੂੰ ਚਾਹੀਦਾ ਹੈ ਆਪਣਾ ਪੇਟ, ਕਿਸਾਨਾਂ ਨੂੰ ਚਾਹੀਦੀ ਹੈ ਆਪਣੀ ਰੋਟੀ, ਆਪਣੀ ਫਸਲ, ਉਸਦਾ ਵਾਜਿਬ ਕੀਮਤ, ਔਰ ਜਿਹੜੀ ਦੀਵਾਲੀ ਉਹਨਾਂ ਦੀ ਕਾਲੀ ਦੀਵਾਲੀ ਨਾ ਹੋਵੇ, ਇਹ ਕਿਸਾਨ ਜ਼ਰੂਰ ਚਾਹੁੰਗੇ। ਇਸ ਕਰਕੇ ਪਾਰਟੀ ਹੁਣ, ਕਿਉਂਕਿ ਕੇਂਦਰ ਦੇ ਵਿੱਚ ਇਸ ਵੇਲੇ ਹਾਲਾਂਕਿ ਦੁੱਖ ਵੀ ਉਹਨਾਂ ਨੇ ਦਿੱਤਾ ਸੀ, ਦਰਦ ਵੀ ਉਹਨਾਂ ਨੇ ਦਿੱਤਾ ਸੀ, ਦਵਾ ਵੀ ਉਹਨਾਂ ਕੋਲ ਹੀ ਹੈ, ਹੁਣ ਦਵਾ ਕੀ ਦਿੰਦੇ ਨੇ। ਚਲੋ ਫਿਲਹਾਲ ਉਮੀਦ ਜਤਾਈ ਜਾ ਸਕਦੀ ਹੈ ਕਿ ਖੈਰ ਜੇ ਬੀਜੇਪੀ ਹੁਣ ਮੂੰਹ ਪੰਜਾਬ ਵੱਲ ਨੂੰ ਕਰ ਹੀ ਚੁੱਕੀ ਹੈ ਬਿਹਾਰ ਇਲੈਕਸ਼ਨ ਤੋਂ ਬਾਅਦ, ਤਾਂ ਕਿਤੇ ਨਾ ਕਿਤੇ ਕੋਈ ਹੱਲ ਜਿਹੜਾ ਨਿਕਲ ਸਕਦਾ, ਖਾਸ ਕਰਕੇ ਜਿਹੜੇ ਕਿਸਾਨ ਵਿਚਾਰੇ ਉਡੀਕ ਦੇ ਵਿੱਚ ਬੈਠੇ ਹੋਏ ਨੇ। ਬਿਲਕੁਲ, ਇਸ ਦਾ ਪੰਜਾਬ ਦੇ ਵਿੱਚ ਵੀ ਅਸਰ ਹੈ, ਕਿਉਂਕਿ ਪੰਜਾਬ ਦੇ ਵਿੱਚ ਬਿਹਾਰ ਚੋਣਾਂ ਦਾ ਆਮ ਲੋਕ ਕਹਿ ਦਿੰਦੇ ਨੇ ਕਿ ਬਿਹਾਰ ਵੱਖਰਾ ਹੈ, ਇਸ ਤੋਂ ਡਬਲ ਸਟੇਟ ਹੈ ਪੰਜਾਬ। ਬਿਹਾਰ ਦਾ ਕੀ ਅਸਰ ਪੈਣਾ ਜੀ? ਕਿਉਂ ਅਸਰ ਕਿਉਂ ਨਹੀਂ ਪੈਂਦਾ? ਇੱਕ ਜਿਹੜਾ ਵਰਕਰ ਹੈ, ਵਰਕਰ ਦੇ ਉਤਸ਼ਾਹ ਦੇ ਵਿੱਚ ਬਹੁਤ ਫਰਕ ਪੈਂਦਾ ਹੈ। ਔਰ ਵਰਕਰ ਜਿਹੜਾ ਹੈ ਉਹ ਚੋਣਾਂ ਜਿਤਾਉਣ ਵਾਲਾ ਹੁੰਦਾ ਹੈ, ਇੱਕ ਉਤਸ਼ਾਹਿਤ ਹੈ। ਇਸ ਵੇਲੇ ਬੀਜੇਪੀ ਦੇਖੋ ਜੋ ਸਿਨੈਰੀਓ ਬਣ ਰਿਹਾ ਸੀ, ਜਿਸ ਢੰਗ ਨਾਲ ਅਸੀਂ ਦੇਖਦੇ ਹਾਂ ਕਿ ਨਰਿੰਦਰ ਮੋਦੀ ਨੂੰ ਵੀ ਜਿਸ ਢੰਗ ਨਾਲ ਲੋਕ ਟ੍ਰੋਲ ਕਰਦੇ ਹਨ, ਜਿਸ ਢੰਗ ਨਾਲ ਜੇ ਆਪਾਂ ਕਿਤੇ ਵੀ ਕੋਈ ਉਹਨਾਂ ਦੀ ਸਟੇਟਮੈਂਟ ਪੈਂਦੀ ਹੈ ਜਾਂ ਕਿਤੇ ਵੀ ਕੋਈ ਉਹਨਾਂ ਦੇ ਬਾਰੇ ਲਿਖ ਕੇ ਪਾਉਂਦਾ ਹੈ ਤੇ ਟ੍ਰੋਲ ਕਿੰਨਾ ਕੀਤਾ ਜਾਂਦਾ ਹੈ, ਮਤਲਬ 70-80% ਗਾਲਾਂ ਹੀ ਪੈਂਦੀਆਂ ਨੇ। ਤੇ ਉਸ ਦੇ ਮੱਦੇਨਜ਼ਰ ਜੇ ਆਪਾਂ ਗੱਲ ਕਰੀਏ ਤੇ ਬਿਹਾਰ ਦੇ ਵਿੱਚ ਜੇ ਇੰਨੀ ਵੱਡੀ ਜਿੱਤ ਮਿਲਣੀ, ਹਾਲਾਂਕਿ ਇਹ ਬੜੀ ਲੰਬੀ ਬਹਿਸ ਹੋਏਗੀ ਦੂਸਰੇ ਪਾਸੇ ਨੂੰ ਜੇ ਆਪਾਂ ਚੱਲ ਜਾਈਏ, ਈਵੀਐਮ ਦੀ ਗੱਲ ਹੈ ਜਾਂ ਹੋਰ ਗੱਲਾਂ ਨੇ, ਉਹ ਗੱਲਾਂ ਵੱਖਰੀਆਂ ਨੇ। ਔਰ ਉਸ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਬੀਜੇਪੀ ਲੀਡਰਸ਼ਿਪ ਹੈ ਜਾਂ ਬੀਜੇਪੀ ਵਰਕਰ ਹੈ, ਉਹਨਾਂ ਨੂੰ ਇੱਕ ਬਹੁਤ ਵੱਡਾ ਹੁਲਾਰਾ ਮਿਲਿਆ ਹੈ, ਕਿਉਂਕਿ ਇੱਕ ਤਰ੍ਹਾਂ ਨਾਲ ਉਹ ਹਾਲੇ ਹਾਲ ਦੀ ਘੜੀ 'ਚ ਉਹ ਤੋੜਾ ਵਿਛੋੜਾ ਹੈ ਉਹਨਾਂ ਦਾ ਅਕਾਲੀ ਦਲ ਨਾਲ, ਤੇ ਦੂਸਰੇ ਪਾਸੇ ਉੱਥੇ ਏਡੀ ਵੱਡੀ ਜਿੱਤ ਮਿਲੀ ਹੈ। ਔਰ ਇੱਥੇ ਸਾਰੇ ਵਰਕਰਾਂ ਨੂੰ ਇਹ ਲੱਗਦਾ ਹੈ ਕਿ ਹੁਣ ਜਿਹੜੀ ਉਹਨਾਂ ਦੀ ਹਾਈ ਕਮਾਨ ਹੈ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਧਿਆਨ ਹੈ, ਤੇ ਪੰਜਾਬ ਕਿਉਂਕਿ ਜਿਹੜੇ ਹੁਣ ਹਾਲਾਤ ਵੀ ਨਜ਼ਰ ਆ ਰਹੇ ਨੇ, ਤੇ ਉਸ ਦੇ ਮੱਦੇਨਜ਼ਰ ਹੁਣ ਇੱਥੇ ਜਿਹੜੀ ਬੀਜੇਪੀ ਦੀ ਉਹ ਚੰਗੀ ਪੁੱਛ ਪੜਤਾਲ ਹੋ ਸਕਦੀ ਹੈ, ਤਾਂ ਉਹਨਾਂ ਦੇ ਮਸਲੇ ਵੀ ਹੱਲ ਹੋ ਸਕਦੇ ਹਨ। ਦੂਸਰੇ ਜਿਹੜਾ ਇੱਕ ਵੱਖਰਾ ਉਤਸ਼ਾਹ ਵੱਖਰਾ ਹੁੰਦਾ ਹੈ, ਇੱਕ ਨਸ਼ਾ ਹੁੰਦਾ ਹੈ ਜਦੋਂ ਕਿ ਪਾਰਟੀ ਸਟੇਟ ਇੱਕ ਹੁੰਦੀ ਹੈ ਤਾਂ ਦੂਸਰੇ ਤੇ ਅਸਰ ਜ਼ਰੂਰ ਪੈਂਦਾ। ਜੀ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਰਾਜੇਸ਼ ਗਿੱਲ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ। ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਕੱਲ ਤੇ ਨਵੇਂ ਅਪਡੇਟ ਜਿਹੜੇ ਆ ਤੁਹਾਡੇ ਕੋਲੋਂ ਜ਼ਰੂਰ ਲਾਂਗੇ। ਫਿਲਹਾਲ ਦੇ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ। ਸੋ ਰਾਜੇਸ਼ ਗਿੱਲ ਜੀ ਸਾਡੇ ਨਾਲ ਜੁੜੇ ਹੋਏ ਸੀ। ਪੰਜਾਬ ਬਾਰੇ ਜੋ ਵੀ ਹੁਣ ਸਿਆਸਤ ਸ਼ੁਰੂ ਹੋ ਚੁੱਕੀ ਹੈ, ਖਾਸ ਕਰਕੇ ਬੀਜੇਪੀ ਦਾ ਨਵਾਂ ਪੈਂਤਰਾ ਜਿਹੜਾ ਚੱਲ ਰਿਹਾ ਹੈ, ਉਸ ਸੰਬੰਧੀ ਅਸੀਂ ਗੱਲਬਾਤ ਕੀਤੀ ਹੈ। ਅੱਗੇ ਹੋਰ ਅਪਡੇਟ ਇਸ ਰਿਗਾਰਡਿੰਗ ਜਿਹੜੇ ਰਾਜੇਸ਼ ਗਿੱਲ ਜੀ ਹੋਰਾਂ ਕੋਲੋਂ ਲੈਂਦੇ ਰਵਾਂਗੇ। ਫਿਲਹਾਲ ਇੱਕ ਛੋਟਾ ਜਿਹਾ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੇਖਾਂਗੇ ਫੈਸ਼ਨ ਦੀ ਦੁਨੀਆ ਦੇ ਵਿੱਚ ਕੀ ਚੱਲ ਰਿਹਾ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।